ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮਹਿਮਾਨ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਾਉਣ ਲੱਗੇ ਹਾਂ। ਵੈਸੇ ਜਾਣ ਪਹਿਚਾਣ ਦੀ ਇਸ ਕਰਕੇ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਹੈਲੋ ਕੈਨੇਡਾ ਦੇ ਪਿਛਲੇ ਸਾਲ ਦੇ ਕੁਝ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ ਔਰ ਉਸ ਵਕਤ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਰਿਮੋਟਲੀ ਕੀਤੀ ਸੀ ਉਹਨਾਂ ਨੇ ਸ਼ਿਰਕਤ, ਅਤੇ ਅੱਜ ਉਹ ਸਾਡੇ ਦਰਮਿਆਨ ਸਾਡੇ ਸ਼ਹਿਰ ਦੇ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਹਨ। ਸੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਖਾਸ ਪ੍ਰੋਗਰਾਮ ਹੈਲੋ ਕੈਨੇਡਾ ਦੇ ਵਿੱਚ ਡਾਕਟਰ ਰੈਨਰ ਸਿੰਘ ਹੋਰਾਂ ਦਾ ਨਿੱਘਾ ਸਵਾਗਤ ਕਰਦਾ। ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਿਆਂ ਕਿ ਕਈ ਵਾਰੀ ਅਸੀਂ ਇਹ ਨਾ ਸੋਚ ਲਈਏ ਕਿ ਅਸੀਂ ਅੱਜ ਕੋਈ ਦਵਾਈਆਂ ਦੀ ਗੱਲ ਜਾਂ ਅਸੀਂ ਕੋਈ ਸਿਹਤ ਦੀ ਗੱਲ ਜਾਂ ਅਸੀਂ ਕੋਈ ਤੁਹਾਡੇ ਟੀਕੇ ਟੂਕੇ ਲਾਉਣ ਦੀ ਗੱਲ ਕਰਨੀ ਹੈ, ਬਟ ਇੰਪੋਰਟੈਂਟ ਗੱਲ ਜਿਹੜੀ ਹੈ ਜੀ ਉਹ ਤੁਹਾਡੀ ਸਿਹਤ ਨਾਲ ਸੰਬੰਧਿਤ ਹੈ, ਤੁਹਾਡੀ ਮਾਨਸਿਕਤਾ ਦੇ ਨਾਲ ਸੰਬੰਧਿਤ ਹੈ, ਤੁਹਾਡੀ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਹੈ। ਕਿਉਂਕਿ ਜਿਹੜੇ ਦਰਸ਼ਕਾਂ ਨੂੰ ਡਾਕਟਰ ਨੇ ਯਾਦ ਹੋਏਗਾ ਕਿ ਤੁਸੀਂ ਸਟ੍ਰੈਸ ਬਸਟਰ ਦੇ ਤੌਰ ਦੇ ਉੱਤੇ ਵਰਲਡ ਵਾਈਡ ਇੱਕ ਤੁਸੀਂ ਅਥਾਰਟੀ ਹੋ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੈਲੋ ਕੈਨੇਡਾ ਦੇ ਵਿੱਚ ਤੁਸੀਂ ਸਾਡੇ ਨਾਲ ਅੱਜ ਬੈਠੇ ਹੋ। ਸੋ ਜੀ ਆਇਆਂ ਨੂੰ ਇੱਕ ਵਾਰੀ ਫੇਰ ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਤੁਹਾਨੂੰ ਨਾ ਮਤਲਬ ਡਾਕਟਰ ਤਾਂ ਹੈ ਤੁਸੀਂ, ਕਿਉਂਕਿ ਲੋਕੀ ਪਹਿਲਾਂ ਹੀ ਘਬਰਾ ਜਾਂਦੇ ਆ ਡਾਕਟਰ ਦਾ ਨਾਮ ਸੁਣ ਕੇ ਵੀ ਪਤਾ ਨਹੀਂ ਇਹਦੀ ਕਿਹੜੀ ਚੀਰ ਫਾੜ ਵਾਲੀ ਡਾਕਟਰ, ਪਰ ਇੱਥੇ ਸਿਰਫ ਦਿਮਾਗੀ ਤੌਰ ਤੇ ਜ਼ਹਿਨ ਦੇ ਬਾਰੇ ਚ ਮਤਲਬ ਮੇਰੀ ਜਿਹੜੀ ਸਪੈਸ਼ਲਿਟੀ ਤਾਂ ਇਹੀ ਹੈ ਕਿ ਜਿਹੜਾ ਅੱਜ ਕੱਲ੍ਹ ਦਾ ਦੌਰ ਚੱਲ ਰਿਹਾ ਜਿਹੜਾ ਸਟ੍ਰੈਸ ਵਾਲਾ ਉਸ ਚੀਜ਼ ਨੂੰ ਦੂਰ ਕਰਨ ਵਾਲੀ ਡਾਕਟਰੀ ਹੈ ਮੇਰੀ। ਕੀ ਬਾਤ ਹੈ ਜੀ। ਡਾਕਟਰ ਰੈਨੇ ਜਿਹੜੇ ਹਨ ਜੀ ਇਹ ਜਿੱਥੇ ਆਥਰ ਹਨ ਉੱਥੇ ਸਾਈਕੋਥੈਰੇਪਿਸਟ ਹਨ ਔਰ ਸਟ੍ਰੈਸ ਔਰ ਜਿਹੜਾ ਕਿ ਕੋਵਿਡ ਦੇ ਦੌਰਾਨ ਦੇ ਵਿੱਚ ਜੋ ਕੁਛ ਇਹ ਚੱਲਿਆ ਹੈ ਜਾਂ ਉਸ ਤੋਂ ਪਹਿਲਾਂ ਵੀ ਉਸ ਦੇ ਬਾਰੇ ਅਸੀਂ ਇੱਕ ਬੜਾ ਡਿਟੇਲਡ ਜਿਹੜਾ ਹੈ ਜੀ ਪ੍ਰੋਗਰਾਮ ਦਿੱਤਾ ਸੀ। ਤੁਸੀਂ ਗੂਗਲ ਕਰਕੇ ਜਾਂ ਸਾਡੇ ਚੈਨਲ ਦੇ ਜਿਹੜੇ ਲਿੰਕ ਹਨ YouTube ਦੇ ਉੱਤੇ ਔਰ ਵੱਖ-ਵੱਖ ਹੋਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਉਹ ਵੇਖ ਸਕਦੇ ਹੋ। ਡਾਕਟਰ ਸਾਹਿਬਾ, ਤੁਸੀਂ ਜਿੰਨਾ ਕੁ ਮੈਨੂੰ ਪਤਾ ਲੱਗਾ ਹੈ ਜਾਂ ਜਿੰਨਾ ਕੁ ਸਾਡੇ ਦਰਸ਼ਕਾਂ ਨੂੰ ਮੇਰੇ ਖਿਆਲ 'ਚ ਸੁਣ ਕੇ ਅਚੰਭਾ ਵੀ ਹੋਏਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਜਿੱਥੇ ਅਕੈਡਮਿਕਲੀ ਤੁਸੀਂ ਦੋ PhDਆਂ ਕਰਕੇ ਔਰ ਪੜ੍ਹਾਈਆਂ ਕਰਕੇ ਉਸ ਦੇ ਨਾਲ ਨਾਲ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਤੁਸੀਂ ਮੀਡੀਆ ਦੇ ਨਾਲ ਵਾਬਸਤਾ ਰਹੇ ਔਰ ਤੁਹਾਡੀ ਜਿਹੜੀ ਹੈ ਮਾਸਟਰਸ ਜਿਹੜੀ ਆ ਉਹ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੀ ਹੈ। ਇਜ਼ ਇਟ ਕਰੈਕਟ ਜੀ? ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ। ਤੇ ਇੱਕ ਮਾਸਟਰਸ ਮੈਂ ਇੰਗਲਿਸ਼ 'ਚ ਵੀ ਕੀਤੀ ਸੀ ਤੇ ਇੱਕ ਫਿਲਾਸਫੀ 'ਚ। ਉਹ ਇੱਕ ਕੁਝ ਜ਼ਿਆਦਾ ਪੜ੍ਹਾਈਆਂ ਜਿਹੀਆਂ ਕਰ ਜੋ ਨਾ ਲੋਕੀ ਸਮਝਣ ਲੱਗ ਜਾਂਦੇ ਤੁਸੀਂ ਉਹੀ ਸਾਨਕੀ ਟਾਈਪ ਹੋ, ਬਟ ਮੈਨੂੰ ਸ਼ੁਰੂ ਤੋਂ ਜ਼ਿੰਦਗੀ ਨੂੰ ਜੀਣ ਦਾ ਬਹੁਤ ਇੱਕ ਜਨੂਨ ਸੀਗਾ ਕਿ ਜ਼ਿੰਦਗੀ ਨੂੰ ਹਰ ਪਹਿਲੂ ਤੋਂ ਦੇਖਣਾ ਹੈ, ਹਰ ਪਹਿਲੂ ਤੋਂ ਜੀਣਾ ਹੈ। ਤੇ ਇਸੇ ਦੌਰ ਦੇ ਵਿੱਚ ਇਹੀ ਖੋਜ ਦੇ ਵਿੱਚ ਕਈ ਪੜ੍ਹਾਈਆਂ ਕਰ ਲਈਆਂ ਕਿਸਮ ਦੀਆਂ, ਇੱਕ ਪਾਸੇ ਆਰਟ ਤੇ ਫਿਲਾਸਫੀ, ਇੱਕ ਪਾਸੇ ਲਿਟਰੇਚਰ ਤੇ ਇੱਕ ਪੋਇਟਰੀ ਤੁਹਾਨੂੰ ਪਤਾ ਵੀ ਮੈਂ 4 ਕਿਤਾਬਾਂ ਕਾਫੀ ਕਿਤਾਬਾਂ ਆਈਆਂ ਤੁਹਾਡੀਆਂ ਪੋਇਟਰੀ ਦੀਆਂ। ਤੇ ਬਸ ਉਹੀ ਹੈ ਕਿ ਇੱਕ ਜ਼ਿੰਦਗੀ ਨੂੰ जीने जिसको कहते हैं कि जिंदगी को जीने का जुनून मेरे अंदर बहुत ज़्यादा था। एंड बस वही जीते जीते आपके पास आज टोरंटो पहुंच गए हैं। देखो ਉਹ ਕਹਿੰਦੇ ਨੇ ਜੀ ਕਿ ਜ਼ਿੰਦਗੀ ਜਿਹੜੀ ਹੈ ਨਾ ਜੀ ਰੰਗਾਂ ਦੀ ਇੱਕ ਖੇਡ ਹੈ ਔਰ ਇੱਕ ਕੈਨਵਸ ਹੈ ਜਿਸ ਦੇ ਉੱਤੇ ਤੁਸੀਂ ਵੱਖ-ਵੱਖ ਰੰਗ ਭਰਨੇ ਹੁੰਦੇ ਨੇ ਔਰ ਉਹ ਰੰਗ ਤੁਸੀਂ ਸਾਹਿਤ ਦੇ ਰਾਹੀਂ ਪੋਇਟਰੀ ਰਾਹੀਂ ਭਰ ਰਹੇ ਹੋ, ਤੁਸੀਂ ਜਿਹੜੀ ਹੈ ਸਾਈਕੋਥੈਰੇਪੀ ਕਰਕੇ ਭਰ ਰਹੇ ਹੋ, ਲੋਕਾਂ ਦੀ ਜ਼ਿੰਦਗੀਆਂ ਸੁਧਾਰ ਰਹੇ ਹੋ, ਸਵਾਰ ਰਹੇ ਹੋ ਉਹਨਾਂ ਨੂੰ। ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਜਰਨਲਿਜ਼ਮ ਵਾਲਾ ਸਫ਼ਰ ਹੈ, ਥੋੜ੍ਹਾ ਜਿਹਾ ਜਰਨਲਿਜ਼ਮ ਦੇ ਸਫ਼ਰ ਬਾਰੇ ਦੱਸੋ ਕਿ ਉਹ ਜਰਨਲਿਜ਼ਮ ਜਿਹੜੀ ਤੁਹਾਡੀ ਤੁਸੀਂ ਕਿਹੜੇ ਕੀ ਕੀਤਾ ਹੈ ਔਰ ਮੈਨੂੰ ਬੜੀ ਖੁਸ਼ੀ ਹੋਏਗੀ ਸਾਡੇ ਦਰਸ਼ਕਾਂ ਨੂੰ। ਅਸਲ 'ਚ ਤਾਂ ਜਰਨਲਿਸਟ ਬਣਨ ਦਾ ਕੋਈ ਐਸਾ ਮੇਰਾ ਆਈਡੀਆ ਵੀ ਨਹੀਂ ਸੀ। ਮੈਂ ਸਿਰਫ ਇੱਕ ਰਾਈਟਰ, ਬਚਪਨ ਤੋਂ ਮੈਨੂੰ ਇਹ ਸੀ ਵੀ ਮੈਂ ਜੋ ਕਹਾਂਗੀ ਜਾਂ ਜੋ ਮੇਰੀ ਸੋਚ ਹੈ ਸਾਰੀ ਦੁਨੀਆ ਤੱਕ ਪਹੁੰਚੇ। ਤੇ ਉਹ ਫਿਰ ਸ਼ਾਇਦ ਯੂਨੀਵਰਸ ਹੈ ਜਾਂ ਜਿਹਨੂੰ ਅਸੀਂ ਰੱਬ ਕਹਿ ਲਈਏ, ਜਿਹੜੀ ਸ਼ਕਤੀ ਹੈ ਉਹ ਤੁਹਾਡਾ ਰਸਤਾ ਆਪਣੇ ਆਪ ਹੀ ਬਣਾਉਂਦੀ ਜਾਂਦੀ ਹੈ। ਤੇ ਮੇਰੇ ਪੇਰੈਂਟਸ ਥੋੜਾ ਜਿਹਾ ਅਸੀਂ ਕਿਉਂਕਿ ਰਿਆਸਤੀ ਟਾਈਪ ਲੋਕ ਹੈਗੇ ਆ, ਰਾਇਲ ਫੈਮਿਲੀ ਦੇ ਆ, ਉਹ ਕੰਜ਼ਰਵੇਟਿਵ ਜੇ ਸੀਗੇ ਬਈ ਬੱਚੇ ਨੂੰ ਅਸੀਂ ਬਾਹਰ ਤਾਂ ਘੱਲਣਾ ਨਹੀਂ, ਬਾਹਲੀਆਂ ਪੜ੍ਹਾਈਆਂ ਵੀ ਨਹੀਂ ਕਰਨੀਆਂ ਤੇ ਵਿਆਹ ਕਰੋ। ਪਰ ਲੱਗਦਾ ਇੰਝ ਹੈ ਕਿ ਤੁਸੀਂ ਇੱਕ ਰਿਬੈਲੀਅਸ ਜਿਹੜੇ ਉਹ ਰਿਆਸਤ ਦੇ ਵਿੱਚ ਜਿਹੜਾ ਇੱਕ ਉਸ ਪਰਿਵਾਰ ਦੇ ਵਿੱਚ ਇੱਕ ਰਿਬੈਲੀਅਸ ਟਾਈਪ ਆਫ ਜਿਹੜਾ ਤੁਹਾਡਾ ਜਿਹੜਾ ਰਿਹਾ ਹੋਏਗਾ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਲੀਨੀਏਜ ਜਿਹੜੀ ਚੱਲ ਰਹੀ, ਜਿਹੜੀ ਉਹ ਪੁਸ਼ਤਾਂ ਜਿਹੜੀਆਂ ਗਾਹ ਤੋਂ ਗਾਹ ਚੱਲਦੀਆਂ ਨੇ, ਉਹਨਾਂ ਦੇ ਨਾਲ ਡਾਕਟਰ ਰੈਨੇ ਸਿੰਘ ਹੋਰਾਂ ਦਾ ਵਾਸਤਾ ਹੈ, ਇਹਨਾਂ ਦੇ ਪੁਰਖਿਆਂ ਦਾ ਵਾਸਤਾ ਹੈ। ਔਰ ਬੜੇ ਦੇਖੋ ਅਸੀਂ ਉਸ ਪਾਸੇ ਵੱਲ ਨਾ ਬਹੁਤਾ ਜਾਂਦੇ ਹੋਏ ਅਸੀਂ ਅੱਜ ਦੇ ਡਾਕਟਰ ਰੈਨੇ ਹੋਰਾਂ ਦੇ ਨਾਲ ਗੱਲ ਕਰਦੇ ਹਾਂ ਕਿ ਆਹ ਡਾਕਟਰ ਰੈਨੇ ਜਿਹੜੇ ਹਨ ਜੀ ਉਹ ਇੱਕ ਫਿਲਾਸਫਰ ਵੀ ਹਨ, ਤੁਸੀਂ ਆਰਟਸ ਦੇ ਵੀ ਤੁਹਾਡੀਆਂ ਪ੍ਰਾਪਤੀਆਂ ਹਨ ਅਤੇ ਨਾਲ ਦੀ ਨਾਲ ਜਿਹੜਾ ਤੁਸੀਂ ਕਾਰੋਬਾਰ
ਜਿਹੜੇ ਹਾਂਜੀ ਉਹ ਟੋਰਾਂਟੋ ਦੇ ਵਿੱਚ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਟੋਰਾਂਟੋ ਡਾਊਨਟਾਊਨ ਦੇ ਵਿੱਚ ਤੁਹਾਡਾ ਇੱਕ ਹਾਈ ਐਂਡ ਜਿਹੜਾ ਇਲਾਕਾ ਹੈ ਫਾਈਨੈਂਸ਼ੀਅਲ ਡਿਸਟ੍ਰਿਕਟ ਯੰਗ ਸਟਰੀਟ ਐਂਡ ਉਸ ਇਲਾਕੇ ਦੇ ਵਿੱਚ ਤੁਹਾਡਾ ਆਫਿਸ ਵੀ ਹੁੰਦਾ ਸੀ। ਇਹ ਥੋੜਾ ਜਿਹਾ ਟੋਰਾਂਟੋ ਦਾ ਲਿੰਕ ਜਿਹੜਾ ਉਹ ਦੱਸੋ ਜੀ। ਹਾਂ, ਇਹ ਵੀ ਇੱਕ ਕੁਦਰਤੀ ਹੋਇਆ ਕਿ ਮੈਂ ਇੱਕ ਹੌਲੀਡੇ ਤੇ ਆਈ ਹੋਈ ਸੀ ਤੇ ਕਾਫੀ ਯੰਗ ਏਜ 'ਚ, ਜਿਸ ਤਰ੍ਹਾਂ ਤੁਸੀਂ ਕਿਹਾ, ਰਿਬੈਲਸ ਆਦਤ ਸੀ। ਹਾਂਜੀ। ਤੇ ਜਦੋਂ ਮੈਂ ਵਾਪਸ ਜਾ ਰਹੀ ਸੀ ਤੇ ਮੇਰੇ ਨਾਲ ਸੀਟ ਤੇ ਜਿਹੜਾ ਬੰਦਾ ਬੈਠਾ ਸੀਗਾ ਜੀ ਜੀ, ਉਹ ਕਹਿਣ ਲੱਗਿਆ ਵੀ ਪਹਿਲੀ ਵਾਰ ਮੈਂ ਇੰਡੀਆ ਜਾ ਰਿਹਾ ਤੇ ਮੈਨੂੰ ਪਾਣੀ ਦੀ ਬੜੀ ਘਬਰਾਹਟ ਹੈ, ਵੀ ਉੱਥੇ ਮੈਂ ਸੁਣਿਆ ਵੀ ਅਸੀਂ ਜਦੋਂ ਪਾਣੀ ਪੀਂਦੇ ਹਾਂ ਸਾਡਾ ਪੇਟ ਖਰਾਬ ਹੋ ਜਾਂਦਾ ਹੈ ਜਾਂ ਅਸੀਂ ਬਿਮਾਰ ਹੋ ਜਾਂਦੇ ਹਾਂ। ਤੇ ਮਤਲਬ ਅਸੀਂ ਪਾਣੀ ਦੀਆਂ ਗੱਲਾਂ ਕਰਨ ਲੱਗ ਗਏ। ਤੇ ਮੈਂ ਉਹਨੂੰ ਕਿਹਾ ਬਈ ਮਿਨਰਲ ਵਾਟਰ ਬੜੀ ਜ਼ਰੂਰੀ ਚੀਜ਼ ਹੈ। ਤੇ ਸਾਡੇ ਦੇਸ਼ 'ਚ ਇੱਕੋ, ਸਾਡੇ ਮੁਲਕ 'ਚ ਇੱਕੋ ਕੰਪਨੀ ਸੀ ਬਿਸਲੇਰੀ ਉਸ ਜ਼ਮਾਨੇ 'ਚ। ਤੇ ਬਸ ਪਤਾ ਨਹੀਂ ਉਹ ਕਿਸ ਤਰ੍ਹਾਂ ਹੋਇਆ ਕਿ ਮੇਰੇ ਦਿਮਾਗ 'ਚ ਇੱਕ ਉਹ ਜਨੂਨ ਜਿਹਾ ਹੋ ਗਿਆ ਵੀ ਜਿੰਨੇ ਇੰਨੇ ਫੋਰਨਰਸ ਬਾਹਰੋਂ ਆਉਂਦੇ ਆ ਸਾਰੇ ਬਿਮਾਰ ਹੋ ਜਾਂਦੇ, ਅੱਧੇ ਤਾਂ ਆਉਂਦੇ ਹੀ ਨਹੀਂ ਹੈ ਡਰ ਦੇ ਮਾਰੇ ਪਾਣੀ ਤੋਂ ਕਰਕੇ। ਹਾਂਜੀ। ਤੇ ਮੈਂ ਕਿਹਾ ਵੀ ਪਾਣੀ ਦਾ ਕੁਛ ਨਾ ਕੁਛ ਇਲਾਜ ਅਸੀਂ ਇੰਡੀਆ ਵਿੱਚ ਕਰੀਏ, ਕੋਈ ਸਪੈਸ਼ਲ, ਮਤਲਬ ਕਾਰੋਬਾਰ ਵਾਲੇ ਪਾਸੇ ਤੁਰ ਪਏ। ਹਾਂ, ਬਸ ਮੇਰਾ ਦਿਮਾਗ ਹੋਇਆ ਵੀ ਕੋਈ ਐਸਾ ਨਵਾਂ ਕਿਸਮ ਦਾ ਪਾਣੀ ਜਿਹੜਾ ਅਪਸਕੇਲ ਹੋਏ, ਜਿਹੜਾ ਬਾਹਰਲਿਆਂ ਨੂੰ ਪਸੰਦ ਆਏ, ਤੇ ਮੈਂ ਉਹ ਮਤਲਬ ਸ਼ੁਰੂ ਕਰਾਂ ਮਿਨਰਲ ਵਾਟਰ। So I think I brought in the first mineral water collaboration into India. ਤੇ ਉਹ ਬਸ ਆਪਣੇ ਆਪ ਰਸਤੇ ਖੁੱਲਦੇ ਰਹੇ। ਉਹ ਕੈਨੇਡਾ ਦੀ ਕੰਪਨੀ ਸੀ, ਮੇਰੇ ਕੋਈ ਦੋਸਤ ਜਾਣੂ ਸੀਗੇ, ਉਹਨਾਂ ਦੇ ਥਰੂ ਕਰਦੇ ਕਰਦੇ ਜਾਣ ਪਛਾਣ ਹੋ ਗਈ, ਉਹ ਲਿੰਕ ਬਣ ਗਏ। ਤੇ ਅਸੀਂ ਪਹਿਲਾ ਪਲਾਂਟ ਇੰਡੀਆ ਵਿੱਚ ਫਿਰ ਮਿਨਰਲ ਵਾਟਰ ਦਾ ਲੈ ਕੇ ਗਏ। ਉਹਦਾ ਨਾਂ ਅਸੀਂ ਰੱਖਿਆ ਇੰਡੋ ਕੈਨੇਡੀਅਨ ਐਂਟਰਪ੍ਰਾਈਜ਼, ਜੋ ਵੀ ਕੰਪਨੀ ਦਾ। ਹਾਂਜੀ। ਤੇ ਮਤਲਬ ਕੈਨੇਡਾ ਦਾ ਝੰਡਾ ਸੀ ਚੜਾਤਾ। ਅਕਸਰ ਜਿਹੜਾ ਹੈ ਜੀ ਪੰਜਾਬ ਤੋਂ ਆ ਕੇ ਕੈਨੇਡਾ ਦੇ ਲਈ ਜਿਹੜਾ ਹੈ ਜੀ ਕੈਨੇਡਾ ਦੇ ਨਾਲ ਕਾਰੋਬਾਰ ਕਰਨਾ ਇੱਕ ਉਦਮੀ ਔਰਤ ਔਰ ਇੱਕ ਉਦਮੀ ਇਨਸਾਨ ਹੀ ਕਰ ਸਕਦਾ, ਔਰ ਜਿਸ ਨੂੰ ਸਾਰਾ ਇਸ ਚੀਜ਼ ਦੀ ਜਿੱਥੇ ਇੱਕ ਹਿੰਮਤ ਔਰ ਇੱਕ ਰਿਸਕ ਔਰ ਇੱਕ ਕਹਿੰਦੇ ਨਾ ਜੀ ਕਿ ਸੋਝੀ ਹੋਣ ਦੀ ਬਹੁਤ ਲੋੜ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪਰਿਵਾਰ ਜਿਹੜਾ ਹੈ ਜੀ, ਜਦੋਂ ਆਪਾਂ ਰਜਵਾੜਾ ਸ਼ਾਹੀ ਦੀ ਗੱਲ ਕਰਦੇ ਹਾਂ ਜਾਂ ਇਹ ਕਹਿ ਲਓ ਕਿ ਅਸੀਂ ਇੱਕ ਉਸ ਰਿਆਸਤ ਦੀ ਗੱਲ ਕਰਦੇ ਤਾਂ ਫਿਰ ਜ਼ਮੀਨਾਂ ਦਾ ਤਾਂ ਨਾਲ ਹੋਣਾ ਹੋਇਆ ਨਾ ਜੀ। ਤਾਂ ਤੁਸੀਂ ਜਿਹੜੀ ਇੱਕ ਆਰਗੈਨਿਕ ਫਾਰਮਿੰਗ ਜਿਹੜੀ ਕਿ ਤੁਸੀਂ ਹੁਣ ਵੀ ਕਰ ਰਹੇ ਹੋ, ਮੈਨੂੰ ਪਤਾ ਹੈ ਤੁਹਾਡਾ ਕਾਫੀ ਉਸ ਖੇਤਰ ਦੇ ਵਿੱਚ ਤੁਸੀਂ ਨਾਮ ਹੈ, ਰੁਝਾਨ ਵੀ ਹੈ ਤੁਸੀਂ, ਤੇ ਉਹਦੇ ਬਾਰੇ ਥੋੜਾ ਦੱਸੋ ਕਿ ਆਰਗੈਨਿਕ ਫਾਰਮਿੰਗ ਅਤੇ ਇਸ ਦੇ ਨਾਲ ਨਾਲ ਆਰਚਰਡ ਵੀ ਤੁਹਾਡੇ ਕੋਲ ਜਿਹੜੇ ਉਹਨਾਂ ਦੇ ਬਾਰੇ ਜੀ ਥੋੜੀ ਜਿਹੀ ਦੱਸੋ ਵੀ ਇਹ ਬੈਲੈਂਸ ਕਿਵੇਂ, ਤੁਸੀਂ ਰਾਈਟਰ ਵੀ ਹੋ ਤੇ ਉਹ ਕਾਰੋਬਾਰ ਵੀ ਹੋ, ਇਹ ਸਾਰਾ ਕੁਝ ਕਿਵੇਂ? ਇਹ ਉੱਪਰ ਵਾਲੇ ਦੀ ਮਿਹਰਬਾਨੀ ਹੈ ਜੀ। ਤੇ ਅਸਲ 'ਚ ਮੈਨੂੰ ਫਾਰਮਿੰਗ ਇਹ ਮੇਰੇ ਖੂਨ 'ਚ ਹੀ ਹੈ ਕਿ ਅਸੀਂ ਉਹ ਜ਼ਮੀਂਦਾਰ ਪਰਿਵਾਰ ਨਾਲ ਜੁੜਨ ਦੇ ਕਰਕੇ ਤੇ ਮੈਨੂੰ ਮੇਰੀ ਲੈਗੇਸੀ ਵਿੱਚ ਹੀ ਮੇਰੇ ਪਰਿਵਾਰ ਦੇ ਵੱਲੋਂ ਹੀ ਇੱਕ ਸਾਡੇ ਅੰਬਾਂ ਦੇ ਬਾਗ ਮੇਰੇ ਦਾਦਾ ਜੀ ਪੜਦਾਦਾ ਜੀ ਤੋਂ ਚੱਲ ਰਹੇ ਨੇ। ਤੇ ਮੇਰੇ ਫਾਦਰ ਨੇ ਜਿਸ ਤਰ੍ਹਾਂ ਵਿਆਹ ਵਿੱਚ ਅਸੀਂ ਡਾਉਰੀ ਉਸ ਜ਼ਮਾਨੇ 'ਚ ਸੀਗੀ, ਉਹਨਾਂ ਨੇ ਕਿਹਾ ਭਾਈ ਤੈਨੂੰ ਮੈਂ ਇੱਕ ਬਗੀਚਾ ਦਿੱਤਾ, ਬਾਗ ਆਰਚਰਡ ਦਿੱਤਾ। ਅੱਛਾ, ਕਿਉਂਕਿ ਮੈਨੂੰ ਹਰ ਚੀਜ਼ 'ਚ ਬਹੁਤ ਥੋੜਾ ਜਿਹਾ ਐਕਸਟਰਾ ਇੰਟਰਸਟ ਸੀ, ਮੈਂ ਕਿਹਾ ਵੀ ਇਹਨੂੰ ਇੱਕ ਡਿਫਰੈਂਟ ਲੈਵਲ ਤੇ ਲੈ ਜਾਈਏ। ਫਿਰ ਆਈ ਸਟਾਰਟਡ ਐਕਸਪੋਰਟਿੰਗ ਟੂ ਦੁਬਈ ਮੈਂਗੋਜ਼। ਅੱਛਾ ਜੀ। ਅੱਛਾ, ਪਰ ਮੈਨੂੰ ਇਹ ਵੀ ਸੀ ਵੀ ਕੈਮੀਕਲ ਅੱਛਾ ਨਹੀਂ ਹੁੰਦਾ ਤੇ ਆਰਗੈਨਿਕ ਕਿਸਮ ਦੇ ਅਸੀਂ ਕ੍ਰੀਏਸ਼ਨ ਕਰਨ ਦੀ ਕੋਸ਼ਿਸ਼ ਕਰੀਏ। ਉਸ ਜ਼ਮਾਨੇ 'ਚ ਆਰਗੈਨਿਕ ਨੂੰ ਕੋਈ ਨਾ ਤਾਂ ਕੋਈ ਕਬੂਲ ਕਰ ਰਿਹਾ ਸੀ ਤੇ ਇਟ ਵਾਸ ਕੁਆਇਟ ਅ ਅਪਵਰਡ ਕਲਾਈਮ। ਬਟ ਦੈਨ ਮੈਂ ਕੇਰਲਾ ਜਾ ਕੇ ਉਹਦੇ ਬਾਰੇ 'ਚ ਜਾਣਕਾਰੀ ਕੀਤੀ। ਆਈ ਵਰਕਡ ਵਿਦ KT ਥਾਮਸ, ਉਹਨਾਂ ਨਾਲ ਥੋੜੀ ਟ੍ਰੇਨਿੰਗ ਲਿੱਤੀ। ਫਿਰ ਅਸੀਂ ਉਹੀ ਟ੍ਰੇਨਿੰਗ ਆ ਕੇ ਮੈਂ ਆਪਣੇ ਬੰਦਿਆਂ ਨੂੰ ਦੇ ਕੇ ਥੋੜੇ ਜਿਹੇ 20 ਏਕੜ ਲੈ ਕੇ ਮੈਂ ਉਹ 'ਚ ਆਰਗੈਨਿਕ ਫਾਰਮਿੰਗ ਸ਼ੁਰੂ ਕਰ ਲਈ। ਕੀ ਲਾਉਂਦੇ ਸੀ ਜੀ ਅਸੀਂ? ਆਲੂ, ਟਮਾਟਰ, ਪਿਆਜ਼, ਤਿੰਨ ਹੀ ਚੀਜ਼ਾਂ ਬਸ। ਅੱਛਾ ਜੀ। ਤੇ ਇਹਦਾ ਮਤਲਬ ਇਹ ਹੋਇਆ ਜਿਹੜੀ ਆਰਗੈਨਿਕ ਫਾਰਮਿੰਗ ਹੈ, ਆਪਾਂ ਇਹ ਤਾਂ ਕਹਿ ਰਹੇ ਹਾਂ ਕਿ ਜ਼ਹਿਰਾਂ ਪਾ ਕੇ, ਮਤਲਬ ਚਲੋ ਜ਼ਹਿਰ ਦਾ ਨਾਂ ਇਸ ਕਰਕੇ ਦੇ ਰਹੇ ਹਾਂ ਕਿ ਉਹ ਅਸੀਂ ਪੈਸਟੀਸਾਈਡ ਦੇ ਰਹੇ ਹਾਂ ਜਾਂ ਉਹਨਾਂ ਨੂੰ ਖਾਦ ਦੇ ਰਹੇ ਹਾਂ ਵੀ ਉਹਦਾ ਮਾੜਾ ਅਸਰ ਸਾਡੀ ਜ਼ਿੰਦਗੀ ਦੇ ਉੱਤੇ, ਸਾਡੀ ਸਿਹਤ ਦੇ ਉੱਤੇ ਪੈਂਦਾ। ਆਰਗੈਨਿਕ ਫਾਰਮਿੰਗ ਦੀ ਜਿਹੜੀ ਹੈ ਜੀ ਇਹ ਲੋੜ ਕੀ ਕਾਰਨ ਕੀ ਸੀਗਾ, ਵੀ ਕਿਉਂ ਤੁਹਾਨੂੰ ਲੱਗਾ ਵੀ ਇਹਦੀ ਲੋੜ ਹੈ ਜੀ? ਹਾਂ, ਕਿਉਂਕਿ ਮੈਂ ਬੜਾ ਹੈਲਥ ਕੌਨਸ਼ੀਅਸ, ਇਹ ਅਸਲ 'ਚ ਮੇਰੀ ਮਦਰ ਥੋੜੀ ਜਿਹੀ ਉਹ ਵੀ ਜਨੂਨੀ ਟਾਈਪ ਔਨ ਹੈਲਥ। ਸ਼ੀ ਟੌਟ ਅਸ ਦ ਵੈਲਿਊ ਆਫ ਗੁੱਡ ਫੂਡ ਤੇ ਯੋਗਾ ਤੇ ਆਲਟਰਨੇਟ ਥੈਰੇਪੀਜ਼, ਤੇ ਮੈਨੂੰ ਵੀ ਉਹ 'ਚ ਬਹੁਤ ਇੰਟਰਸਟ ਸੀ। ਤੇ ਮੈਨੂੰ ਇਹ ਸੀ ਵੀ ਆ ਜਿਹੜੇ ਕੈਮੀਕਲਸ ਹੈ ਸਾਡੀ ਬੋਡੀ ਨੂੰ ਹਾਰਮ ਕਰ ਰਹੇ ਆ। ਅੱਛਾ, ਇਨਫੈਕਟ ਤੁਸੀਂ ਦੇਖੋ ਜਿਹੜੀ ਅੰਬਾਂ ਦੀ ਪੈਕੇਜਿੰਗ, ਇਹ ਤਾਂ ਮੈਂ ਸਾਰੇ ਦਰਸ਼ਕਾਂ ਦੀ ਇਨਫੋਰਮੇਸ਼ਨ ਲਈ ਦੇ ਰਹੀ ਹਾਂ ਕਿ ਦੇ ਪੁੱਟ ਸਮ ਕਾਈਂਡ ਆਫ chemical to make them look very fresh and equally yellow.
ਓਕੇ ਮੈਂ ਪੱਕਿਆ ਹੋਇਆ ਵੀ ਹੈ ਤੇ ਫਰੈਸ਼ ਵੀ ਹੈ। ਹਾਂ, ਤੇ ਇਹ ਦੋਨੋਂ ਚੀਜ਼ਾਂ ਹੋ ਨਹੀਂ ਸਕਦੀਆਂ। ਇਹ ਹੋ ਨਹੀਂ ਸਕਦੀਆਂ ਤੇ ਇਹ ਇਕੁਅਲੀ ਮਤਲਬ ਜਦੋਂ ਔਰ ਮਤਲਬ ਨਾਰਮਲ ਫਰੂਟ ਤਾਂ ਆਪਣੇ ਹਿਸਾਬ ਨਾਲ ਹੀ ਪੱਕਦਾ ਜੀ, ਪਰ ਉਹ ਕੈਮੀਕਲ ਪਾ ਕੇ ਉਹਨੂੰ ਪਕਾ ਦਿੰਦੇ ਨੇ ਜੀ, ਓਵਰਨਾਈਟ। ਵਾਓ। ਸੋ ਆਈ ਸੈਡ ਅਸੀਂ ਇਹ ਨਹੀਂ ਕਰਨਾ, ਵੀ ਹੈਵ ਟੂ ਹੈਵ ਐਨ ਆਰਗੈਨਿਕ ਕੰਪੋਨੈਂਟ ਇਨ ਇਟ, ਇਟ ਸ਼ੁੱਡ ਬੀ ਗੁੱਡ ਫॉर ਹੈਲਥ। ਅੱਜ ਦੀ ਡੇਟ 'ਚ ਤਾਂ ਬਹੁਤ ਜ਼ਿਆਦਾ ਦੇयर ਇਜ਼ ਟੂ ਮਚ ਰਿਸਰਚ। ਜੀ ਜੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਅੱਜ ਅਸੀਂ ਗੱਲਬਾਤ ਡਾਕਟਰ ਰੈਨੇ ਸਿੰਘ ਹੋਰਾਂ ਦੇ ਨਾਲ ਕਰ ਰਹੇ ਹਾਂ, ਜਿਹੜੇ ਕਿ ਸਾਡੇ ਨਾਲ ਇਸ ਵਕਤ ਹਿੰਦੁਸਤਾਨ ਤੋਂ ਜੁੜੇ ਹੋਏ ਹਨ ਔਰ ਜਿੱਥੇ ਇਹਨਾਂ ਦੇ ਵੱਖ-ਵੱਖ ਜ਼ਿੰਦਗੀ ਦੇ ਇਹਨਾਂ ਦੇ ਜਿਹੜੇ ਜਿਵੇਂ ਕਹਿੰਦੇ ਫੈਦਰਸ ਇਨ ਹਰ ਕੈਪ ਦੀ ਗੱਲ ਹੁੰਦੀ ਆ, ਉਹਦੇ ਬਾਰੇ ਗੱਲ ਕਰ ਰਹੇ ਹਾਂ। ਉੱਥੇ ਇੱਕ ਪਰਸਨੈਲਿਟੀ, ਇੱਕ ਅਜਿਹੀ ਸ਼ਖਸੀਅਤ ਜੋ ਕਿ ਇੱਕ ਬਹੁਤ ਹੀ ਕਿਸੇ ਵੈਸੇ ਮੁਹਤਾਜ ਨਹੀਂ ਕਿਸੇ ਜਾਣ ਪਹਿਚਾਣ ਦੇ, ਉਹਨਾਂ ਦੇ ਬਾਬਤ, ਉਹਨਾਂ ਦੀ ਜ਼ਿੰਦਗੀ ਦੇ ਬਾਬਤ, ਉਹਨਾਂ ਦੀਆਂ ਪ੍ਰਾਪਤੀਆਂ ਦੇ ਬਾਬਤ ਅਸੀਂ ਗੱਲ ਕਰ ਰਹੇ ਹਾਂ। ਅਤੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੇ ਲਿਟਰੇਰੀ ਸਫ਼ਰ ਅਤੇ ਉਹਨਾਂ ਦੇ ਜਿਹੜਾ ਇੱਕ ਕਾਉਂਸਲਿੰਗ ਹੈ ਉਹਦੀ ਕਿਉਂ ਲੋੜ ਹੈ ਉਹਦੇ ਬਾਰੇ, ਅਤੇ ਸੂਫੀਇਜ਼ਮ, ਇਹਦੇ ਬਾਰੇ ਇੱਕ ਬੜੀ ਬਹੁਤ ਹੀ ਗੰਭੀਰ ਚਰਚਾ ਹੋਏਗੀ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹਿਣਾ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਡਾਕਟਰ ਰੈਨੇ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਜੀ ਉਹ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੀਆਂ ਪ੍ਰਾਪਤੀਆਂ ਦੇ ਨਾਲ ਜਿੱਥੇ ਸੰਬੰਧਿਤ ਆ, ਉੱਥੇ ਬੜੀ ਰੌਚਕ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ। ਇਹਨਾਂ ਦੇ ਵੱਲੋਂ ਇੱਕ ਜਿੱਥੇ ਵੂਮਨ ਇੰਪਾਵਰਮੈਂਟ ਦੀ ਗੱਲ ਵੀ ਅਸੀਂ ਅੱਗੇ ਚੱਲ ਕੇ ਕਰਾਂਗੇ, ਉੱਥੇ ਸਾਨੂੰ ਆਪਣੇ ਆਪ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਕੋਈ ਵੀ ਇਨਸਾਨ ਜਿਹੜਾ ਜੀ ਉਹ ਜੇਕਰ ਕੋਈ ਚੀਜ਼ ਪ੍ਰਾਪਤ ਕਰਨਾ ਚਾਹੇ ਤਾਂ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨੂੰ ਸਮਾਂ ਦੇ ਕੇ ਉਹਦੇ ਬਾਰੇ ਸਿੱਖ ਕੇ ਉਹ ਪ੍ਰਾਪਤ ਕਰ ਸਕਦਾ। ਸੋ ਡਾਕਟਰ ਰੈਨੇ ਸਿੰਘ, ਤੁਹਾਡਾ ਨਿੱਘਾ ਸਵਾਗਤ ਜੀ ਆਇਆਂ ਨੂੰ ਬਣ ਸਕੇ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਗੱਲ ਆਉਂਦੀ ਹੈ ਜੀ, ਕਹਿੰਦੇ ਨੇ ਜੀ ਸਲਾਹ ਲੈ ਲੈਣੀ ਚਾਹੀਦੀ ਹੈ ਜੀ। ਸਲਾਹ ਕਹਿੰਦੇ ਨੇ ਜੀ ਜੇਕਰ ਤੁਹਾਨੂੰ ਲੋੜ ਹੋਵੇ ਕੰਧਾਂ ਤੋਂ ਵੀ ਸਲਾਹ ਲੈਣੀ ਚਾਹੀਦੀ ਹੈ। ਇਹ ਤਾਂ ਬਚਪਨ ਤੋਂ ਸੁਣਦੇ ਆ ਰਹੇ ਜੀ। ਔਰ ਤੁਸੀਂ ਤਾਂ ਸਲਾਹ ਜਿਹੜੀ ਹੈ ਜੀ ਉਹ ਦਿੰਦੇ ਹੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਿਸਮ ਦੇ ਗੰਭੀਰ ਅਜਿਹੇ ਰੋਗ ਜਿਹੜੇ ਕਿ ਦੇਖੇ ਨਹੀਂ ਜਾ ਸਕਦੇ, ਜਾਂ ਜਿਹਨੂੰ ਇਹ ਕਹਿ ਲਈਏ ਕਿ ਜਿਸ ਕਿਸੇ ਨੂੰ ਡਿਪਰੈਸ਼ਨ, ਕਿਸੇ ਨੂੰ ਸਟ੍ਰੈਸ ਹੈ, ਤਾਂ ਜਿਹੜਾ ਤੁਹਾਡਾ ਉਹ ਕਾਉਂਸਲਿੰਗ ਵਾਲਾ ਜਾਂ ਸਲਾਹ ਮਸ਼ਵਰੇ ਵਾਲਾ ਜਿਹੜਾ ਕੰਮ ਹੈ ਜੀ, ਇਹਦੇ ਬਾਰੇ ਦੱਸੋ ਕਿ ਇਹ ਵਾਕਈ ਸਲਾਹ ਦੇ ਨਾਲ ਤੁਸੀਂ ਸਮਝਦੇ ਹੋ ਕਿ ਲੋਕ ਠੀਕ ਹੋ ਸਕਦੇ ਨੇ? ਦੂਜੀ ਗੱਲ, ਅਸੀਂ ਬਹੁਤਾ ਲੰਬਾ ਨਹੀਂ ਕਰਾਂਗੇ, ਉਹਦੇ ਕਾਰਨ ਕੀ ਨੇ ਅਤੇ ਸਲਾਹ ਜਿਹੜੀ ਹੈ ਜੀ ਉਹ ਕਿਹਨਾਂ ਲੋਕਾਂ ਨੂੰ ਵਾਕਈ ਲੈਣ ਦੀ ਲੋੜ ਹੈ ਜੀ? ਐਕਚੁਅਲੀ ਪਹਿਲਾਂ ਤਾਂ ਮੈਂ ਸਲਾਹ ਸਿੰਸ ਆਮ ਕਾਲਮਨਿਸਟ ਟ੍ਰਿਬਿਊਨ ਨਾਲ, ਕਿਉਂਕਿ ਮੇਰਾ ਸ਼ਹਿਰ ਚੰਡੀਗੜ੍ਹ, ਤੇ ਉਹਦੇ ਨਾਲ ਇੱਕ ਬਚਪਨ ਤੋਂ ਲਗਾਵ ਉੱਥੋਂ ਦੇ ਲੋਕਾਂ ਨਾਲ, ਸਭਿਅਤਾ ਨਾਲ, ਕਲਚਰ ਨਾਲ, ਤੇ ਟ੍ਰਿਬਿਊਨ ਲਈ ਉਹਨਾਂ ਨੇ ਮੈਨੂੰ ਕਿਹਾ ਵੀ ਕਾਲਮ ਲਿਖਣਾ ਸ਼ੁਰੂ ਕਰਾਂ। ਉਹ ਕਾਲਮ ਦਾ ਨਾਲ ਸਟ੍ਰੈਸ ਬਸਟਰ ਹੈਗਾ, ਤਾਂ ਕਿ ਜਿੰਨੀ ਲੋਕਾਂ ਦੇ ਦਿਮਾਗ 'ਚ, ਜ਼ਹਿਨ 'ਚ ਕਿਸਮ ਦੇ ਇਸ਼ੂਜ਼ ਹੈ, ਉਹ ਕਾਲਮ ਅਸੀਂ ਸੋਚਿਆ ਨਹੀਂ ਸੀ ਉਹ ਇੰਨਾ ਪੋਪੂਲਰ ਹੋ ਗਿਆ ਕਿ ਮਤਲਬ ਮੈਨੂੰ ਮੇਰੇ ਰੀਡਰਸ ਨੇ ਆ ਕੇ ਕਹਿਣਾ ਕਿ ਅਸੀਂ ਤਾਂ ਮੰਡੇ ਦੀ ਵੇਟ ਹੀ ਕਰਦੇ ਹਾਂ ਮੈਡਮ, ਕਿ ਸਾਡੀ ਜ਼ਿੰਦਗੀ ਬਦਲ ਗਈ। ਬਿਲਕੁਲ। ਤੇ ਫਿਰ ਉਸ ਗੱਲ ਤੋਂ ਮੈਨੂੰ ਇਹ ਅੰਦਾਜ਼ਾ ਲੱਗਿਆ ਵੀ ਲੋਕਾਂ ਦੀ ਜ਼ਿੰਦਗੀ 'ਚ ਕਿੰਨੇ ਸਟ੍ਰੈਸ ਹੈਗੇ ਆ। ਤੇ ਉਸ ਤੋਂ ਬਾਅਦ ਮੈਂ ਘਰੇ ਕਾਉਂਸਲਿੰਗ, ਮੇਰਾ ਇੱਕ ਦਫ਼ਤਰ ਹੈਗਾ, ਫਿਰ ਹੌਲੀ ਹੌਲੀ ਲੋਕਾਂ ਦਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਵੀ ਬੜਾ ਇੰਪੋਰਟੈਂਟ ਹੈ ਵੀ ਕਾਉਂਸਲਿੰਗ ਦੀ ਕੀ ਮਹੱਤਵ ਹੈ। ਮੈਂ ਸੋਚਦੀ ਵੀ ਹਰ ਬੰਦਾ ਪਿਆਰ ਦਾ ਭੁੱਖਾ ਹੁੰਦਾ ਹੈ। ਬਿਲਕੁਲ। ਤੇ ਜੇ ਉਹਨੂੰ ਤੁਸੀਂ ਪਿਆਰ ਤੇ ਉਹਦੀ ਸੈਲਫ ਐਸਟੀਮ ਨੂੰ ਇੱਕ ਕਿਸਮ ਦੀ you make them feel important and wanted, that is what they are looking for। ਬਹੁਤ ਅੱਛੇ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਜਿਹੜੀ ਕਾਉਂਸਲਿੰਗ ਹੈ ਜੀ, ਇਹ ਨਾ ਸੋਚੋ ਕਿ ਤੁਸੀਂ ਚੰਡੀਗੜ੍ਹ ਹੀ ਜਾ ਕੇ ਇਹਨਾਂ ਤੋਂ ਲੈਣੀ ਆ, ਆਨਲਾਈਨ ਵੀ ਤੁਹਾਨੂੰ ਮੈਂ ਕਾਫੀ ਵੈਬੀਨਾਰਸ ਜਿਹੜੇ ਹਨ ਜੀ ਡਾਕਟਰ ਰੈਨੇ ਸਿੰਘ ਹੋਰਾਂ ਦੇ ਅਟੈਂਡ ਕੀਤੇ ਨੇ। ਸੋ ਮੇਰੇ ਖਿਆਲ 'ਚ ਤੁਸੀਂ ਕੰਟੀਨਿਊ ਕਰ ਰਹੇ ਹੋ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵੈਬੀਨਾਰ ਔਰ ਜਿਹੜੇ ਉਹ ਟ੍ਰੇਨਿੰਗ ਔਰ ਜਿਹੜੀ ਉਹ ਤੁਹਾਡੀ ਕਾਉਂਸਲਿੰਗ ਦੇ ਨਾਲ ਸੰਬੰਧਿਤ 1-to-1 ਜਿਹੜੇ ਹਨ ਜੀ ਉਹ ਦਿੱਤੇ ਜਾਂਦੇ ਨੇ। ਔਰ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ, ਹਵਾਈ ਦੇ ਵਿੱਚ ਤੁਸੀਂ ਡਾਕਟਰਸ ਦਾ ਜਿਹੜਾ ਕਾਉਂਸਲਿੰਗ ਕਰਨ ਲਈ ਵੀ ਗਏ ਹੋ, ਮੈਨੂੰ ਦੱਸ ਰਹੇ ਸੀ ਇੱਕ ਵਾਰੀ ਤੁਸੀਂ। ਇਹ ਤਾਂ ਹੋ ਗਿਆ ਜੀ ਤੁਹਾਡਾ ਇੱਕ ਬੜਾ ਹੀ ਜਿਹੜਾ ਕਹਿੰਦਾ ਬੜਾ ਇੰਪੋਰਟੈਂਟ ਜਾਂ ਇੱਕ ਬੜਾ ਮਹੀਨ ਔਰ ਬੜਾ ਇੱਕ ਟੱਚੀ ਜਿਹਾ ਇਸ਼ੂ ਜਿਹੜਾ ਜਿਹਦੇ ਤੇ ਇਹ ਗਲੋਬਲ ਜਿਹਾ ਇਸ਼ੂ ਹੈ ਅਸਲ 'ਚ। ਇਸ ਕਰਕੇ ਮੈਨੂੰ ਲੱਗਦਾ ਵੀ ਇਹਨੂੰ ਹੈਂਡਲ ਹੀ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਅੱਜ ਕੱਲ੍ਹ ਮੀਡੀਆ ਇੰਨਾ ਸਟਰੋਂਗ ਹੈ, you can connect anywhere you want in the world, right. So people can connect with you over Skype, over different various channels. Absolutely. ਇਹਦੇ ਨਾਲ ਨਾ ਜੀ ਇਹ ਕਿਹਾ ਜਾਂਦਾ ਤੁਸੀਂ ਰਾਈਟਰ ਹੋ, ਆਥਰ ਹੋ, ਤੁਸੀਂ ਕਿਤਾਬਾਂ ਪੋਇਟਰੀ ਦੀਆਂ ਲਿਖੀਆਂ ਨੇ, ਔਰ ਇੱਕ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਰਾਈਟਰ ਵੀ ਹੋ ਔਰ ਸਾਰੇ ਵੱਖ-ਵੱਖ ਉਹਨਾਂ ਦੇ ਬਾਰੇ ਗੱਲ ਕਰ ਰਹੇ ਹੋ, ਤਾਂ ਤੁਸੀਂ ਇੱਕ ਬੜੀ ਵੱਡੀ ਮੁਹਿੰਮ ਜਿਹੜੀ ਹੈ ਜੀ ਉਹਦਾ ਇੱਕ ਤੁਸੀਂ ਹਿੱਸਾ ਹੋ।
ਔਰ ਹਿੱਸਾ ਇਹ ਕਹਾਂ ਕਿ ਉਹਨੂੰ ਸ਼ੁਰੂਆਤ ਕਰਨ ਦੇ ਵਿੱਚ, ਉਸ ਫੈਸਟੀਵਲ ਨੂੰ ਸ਼ੁਰੂਆਤ ਕਰਨ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਹੈ। ਉਹ ਕਿਹੜਾ ਫੈਸਟੀਵਲ ਹੈ ਜੀ, ਜਿਹੜਾ ਲਿਟਰੇਰੀ ਫੈਸਟੀਵਲ ਦੀ ਗੱਲ ਕਰਦੇ ਹੁੰਦੇ ਜੀ? ਉਹ ਜਿਹਦਾ ਨਾਮ ਹੈਗਾ ਜੈਪੁਰ ਲਿਟਰੇਚਰ ਫੈਸਟੀਵਲ। ਮਤਲਬ ਹੁਣ ਤਾਂ ਉਹ ਵਰਲਡ ਵਾਈਡ ਇਟਸ ਕੰਸੀਡਰਡ ਵਨ ਆਫ ਦ ਬੈਸਟ ਫੈਸਟੀਵਲਸ ਇਨ ਦ ਵਰਲਡ। ਤੇ ਆਈ ਫੈਲਟ ਵੈਰੀ ਆਨਰਡ ਕਿ ਹਾਲਾਂਕਿ ਸ਼ੁਰੂਆਤ ਤੋਂ ਉਹਨੂੰ ਦੇਖਦੀ ਆ ਰਹੀ ਹਾਂ, 2018 ਚ ਉਹਨਾਂ ਨੇ ਮੈਨੂੰ ਲੀਡਿੰਗ ਪੋਇਟ ਫੈਸਟੀਵਲ ਦਾ ਕੀਤਾ। ਤੇ ਹਾਂ, then they also had a stage for me where we had performance poetry। ਇੱਕ ਬੈਂਡ ਲੰਡਨ ਤੋਂ ਆਇਆ ਜਿਹਨੇ ਮੇਰੀ ਪੋਇਟਰੀ ਦੇ ਨਾਲ ਮਿਊਜ਼ਿਕ ਕ੍ਰੀਏਟ ਕੀਤਾ ਤੇ ਮੈਂ ਪੜ੍ਹਿਆ ਤਾਰਿਆਂ ਦੀ ਛਾਂ ਚ। ਇਟ ਵਾਸ ਬਿਊਟੀਫੁਲ। ਸੋ ਪੋਇਟਰੀ ਇੱਕ ਐਸਾ ਮਾਧਿਅਮ ਹੈ ਜਿਹਦੇ ਥਰੂ ਯੂ ਕਨੈਕਟ ਔਨ ਅ ਵੈਰੀ ਸਪਿਰਿਚੁਅਲ ਲੈਵਲ। ਅਤੇ ਮੇਰੀ ਪੋਇਟਰੀ ਨੂੰ ਵੈਸੇ ਵੀ ਸੂਫੀ ਕਹਿੰਦੇ, ਹੁਣ ਪਤਾ ਨਹੀਂ ਕਿਉਂ ਕਹਿੰਦੇ ਆ, ਆਪਾਂ ਰੱਬ ਦੇ ਨਾਲ ਜੁੜੇ ਹੋਏ ਆ ਵੈਸੇ ਹੀ। ਤੇ ਨਹੀਂ, ਤੁਸੀਂ ਜੁੜੇ ਹੋ ਤੇ ਨਾਲੇ ਤੁਸੀਂ ਜਿਹੜਾ ਤੁਹਾਡੀ ਟਰੈਵਲਸ ਨੇ, ਤੁਸੀਂ ਐਕਸਪੀਰੀਐਂਸਸ ਲੈ ਕੇ ਆਉਂਦੇ ਹੋ, ਤੇ ਓਬਵੀਅਸਲੀ ਸ਼ਾਇਦ ਇਹੀ ਇੱਕ ਕਾਰਨ ਸੀ ਕਿ ਗੁਰੂ ਨਾਨਕ ਦੇਵ ਜੀ ਜਾਂ ਜਿਹੜੇ ਪੁਰਾਣੇ ਆਪਾਂ ਰੂਮੀ ਹੋ ਗਏ ਜਾਂ ਹੋਰ ਬਹੁਤ ਸਾਰੇ ਹੈ ਨਾ ਜੀ ਜਿਹੜੇ ਸੂਫੀ ਪੋਇਟਸ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਟਰੈਵਲਸ ਜ਼ਰੂਰ ਜ਼ਿੰਦਗੀ ਸ਼ਾਮਲ ਹੈ ਜੀ। ਬਿਲਕੁਲ ਸਹੀ ਕਹਿ ਰਹੇ ਹੋ। ਮੇਰੇ ਖਿਆਲ ਆਵਾਜ਼ ਤੁਸੀਂ ਤਾਂ ਵੈਸੇ ਹੀ ਦਿਲ ਖੁਸ਼ ਕਰਤਾ ਕਿ ਉਹਨਾਂ ਨਾਲ ਤੁਸੀਂ ਮੈਨੂੰ, ਅਸੀਂ ਕੌਣ ਹੁੰਦੇ ਆ, ਪਰ ਫਿਰ ਵੀ ਠੀਕ ਹੈ, ਦਾਤੇ ਦੀ ਮਿਹਰ ਹੈ ਕਿ ਟਰੈਵਲ ਬਚਪਨ ਤੋਂ ਉਹ ਮੈਂ ਆਪਣੇ ਆਪ ਨੂੰ ਜਿਪਸੀ ਕਹਿੰਦੀ ਆ ਵੀ ਉਹ ਜਿਵੇਂ ਉਹ ਗੱਡੀਰੇ ਲੈ ਕੇ ਆਪਣੇ ਗੱਡੀਆਂ ਲੈ ਕੇ ਤੁਰੇ ਫਿਰੀ ਜਾਂਦੇ, ਆਪਣਾ ਸਮਾਨ ਵੇਚਦੇ ਜਾਂਦੇ ਨੇ ਤਕਲੇ ਵਗੈਰਾ। ਤੁਸੀਂ ਉਸੇ ਤਰ੍ਹਾਂ ਲੋਕਾਂ ਨੂੰ ਜਿਹੜਾ ਜੀ ਆਪਣੇ ਸਾਹਿਤ ਦੇ ਨਾਲ, ਆਪਣੀ ਜਿਹੜੀਆਂ ਤੁਹਾਡੀਆਂ ਕਾਉਂਸਲਿੰਗ ਦੀਆਂ ਸਰਵਿਸਿਜ਼ ਦੇ ਨਾਲ ਔਰ ਜਿਹੜੀਆਂ ਤੁਹਾਡੀਆਂ ਚੰਗੀਆਂ ਮੋਟੀਵੇਸ਼ਨਲ ਇੰਸਪੀਰੇਸ਼ਨਲ ਜਿਹੜੀਆਂ ਗੱਲਾਂ ਉਹਨਾਂ ਨਾਲ ਤੁਸੀਂ ਜੋੜਦੇ ਹੋ। ਡਾਕਟਰ ਨੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਹਰ ਇੱਕ ਇਨਸਾਨ ਨਾ ਜੀ ਜਿਹੜਾ ਵੀ ਧਰਤੀ ਤੇ ਆ ਰਿਹਾ, ਮੇਰੇ ਖਿਆਲ ਸ਼ਾਇਦ ਆਫ ਦੀ ਰੈਕਰਡ ਅਸੀਂ ਇਹ ਗੱਲ ਕੀਤੀ ਸੀ, ਉਹ ਕਿਸੇ ਨਾ ਕਿਸੇ ਨਾ ਜੀ ਰੂਪ ਦੇ ਵਿੱਚ ਆਪਣੇ ਆਪ ਨੂੰ ਕੁਝ ਪ੍ਰਾਪਤੀ ਕਰਨ ਦੇ ਵੱਲ ਤੁਰਿਆ, ਲੇਕਿਨ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਂ ਕੀ ਮੈਨੂੰ ਚਾਹੀਦਾ। ਉਹ ਬੇਚੈਨੀ ਔਰ ਜਿਹੜੀ ਉਹ ਸਾਰੀਆਂ ਚੀਜ਼ਾਂ ਜਦੋਂ ਪਾਈਲ ਅਪ ਹੋ ਜਾਂਦੀਆਂ ਨੇ, ਉਹਦੀ ਇਨਐਬਿਲਿਟੀਜ਼, ਹੈਲਪਲੈਸਨੈਸ ਜਾਂ ਉਹਦਾ ਆਲੇ ਦੁਆਲੇ ਦਾ ਜਿਹੜਾ ਪ੍ਰਭਾਵ ਹੈ, ਤਾਂ ਉਹ ਫਿਰ ਆਪਾਂ ਸ਼ਾਇਦ ਸਮਝ ਲੈਂਦੇ ਕਿ ਉਹ ਹੁਣ ਭਾਈ ਉਹ ਜਾ ਰਿਹਾ ਰੋਂਗ ਔਰ ਡਾਇਰੈਕਸ਼ਨ ਜਾਂ ਡਿਪਰੈਸ਼ਨ ਵਾਲੇ ਪਾਸੇ ਜਾ ਰਿਹਾ। ਇਹ ਮੈਨੂੰ ਦੱਸੋ ਕਿ ਪਰਪਸ ਆਫ ਲਾਈਫ ਵੈਸੇ ਤਾਂ ਸੂਫੀਜ਼ਮ ਕੀ ਬਿਲਕੁਲ, ਇਹ ਤੁਸੀਂ ਬਹੁਤ ਹੀ ਅਹਿਮ ਸਵਾਲ ਕਹਿ ਲਓ ਜਾਂ ਟੌਪਿਕ ਟੱਚ ਕੀਤਾ ਹੈ। ਬਿਕਾਜ਼ ਜ਼ਿੰਦਗੀ ਦਾ ਮਕਸਦ ਹੀ ਇਹ ਹੈ ਕਿ ਮਕਸਦ ਕੀ ਹੈ, that's what we are looking for। everybody, why is there so much depression, restlessness? ਜਾਂ ਜਿਸ ਤਰ੍ਹਾਂ ਲੋਕੀ ਭਟਕੇ ਜੇ ਫਿਰਦੇ ਹੈ, ਕਿਉਂ? ਬਿਕਾਜ਼ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਪਹਿਲਾਂ ਤਾਂ ਬੰਦਾ ਸੋਚਦਾ ਵੀ I should make a lot of money, or I should educate myself. Once he's got all the degrees, he's got the best job, he's made all the money, he's got the best house, material ਹਰ ਚੀਜ਼, ਫਿਰ ਵੀ ਉਹਦੇ ਅੰਦਰ ਉਹ ਇੱਕ ਕਿਸਮ ਦੀ ਜਿਗਿਆਸਾ, ਇੱਕ ਕਿਸਮ ਦੀ ਖੋਜ ਲੱਗੀ ਰਹਿੰਦੀ ਵੀ why am I not happy? So I feel everybody is sent to the world for a purpose। ਕੋਈ ਨਾ ਕੋਈ ਮਕਸਦ ਹੈ। ਜੇ ਉਸ ਮਕਸਦ ਨੂੰ ਅਸੀਂ ਜੇ ਅਸੀਂ ਥੋੜੀ ਜਿਹੀ ਇੱਕ ਤਾਂ ਨਾ ਮੈਡੀਟੇਸ਼ਨ ਮੈਂ ਜ਼ਰੂਰ ਰეკਮੈਂਡ ਕਰਦੀ ਹਾਂ। ਲੋਕੀ ਮੈਡੀਟੇਸ਼ਨ ਦਾ ਨਾਂ ਸੁਣ ਕੇ ਘਬਰਾ ਜਾਂਦੇ ਆ ਵੀ ਉਹ ਪਤਾ ਨਹੀਂ ਅੱਖਾਂ ਬੰਦ ਕਰਕੇ ਉਹ ਬਹਿਣਾ ਪਊਗਾ, ਪਤਾ ਨਹੀਂ ਸਾਨੂੰ ਕਿਹੜੀ ਉਹ ਰੱਬ ਦੇ ਵੱਲ ਲਿਵ ਲਾਉਣੀ ਹੈ। ਕੋਈ ਲੋੜ ਨਹੀਂ ਹੈ, ਰੱਬ ਤਾਂ ਹਰ ਇੱਕ ਕਣ ਕਣ ਚ ਵਸਦਾ ਹੈ, ਤੁਹਾਡੇ ਅੰਦਰ ਵੀ है। आई ऑलवेज से अहम ब्रह्मस्मि, मैं ही ब्रह्म हूँ। अगर आप खुद के अंदर भगवान या रब नू लब लोगे, हाँ, because you're God। if you have the essence of that creator, then you are actually that creator। ਜੀ ਡਾਕਟਰ ਰਨੇ, ਇੱਕ ਨਾ ਇਹਨੂੰ ਇਸੇ ਵਿਸ਼ੇ ਨੂੰ ਜੇ ਆਪਾਂ ਦੇਖੀਏ ਕਿ ਹਰ ਇੱਕ ਬੰਦਾ ਇਹ ਤਾਂ ਚਾਹੁੰਦਾ ਕਿ ਮੈਂ ਕੁਛ ਨਾ ਕੁਛ ਕਰਾਂ, ਕੁਛ ਨਾ ਕੁਛ ਐਸਾ ਕਰਾਂ ਕਿ ਮੇਰਾ ਨਾਮ ਹੋਵੇ। ਬਿਲਕੁਲ। ਤੇ ਜਿਹੜੀ ਜਿਸ ਸੋਸ਼ਲ ਮੀਡੀਆ ਦੇ ਦੌਰ ਦੇ ਜਾਲ ਦੇ ਵਿੱਚ, ਮੈਂ ਕਹਾਂਗਾ ਜਿਸ ਜੰਜਾਲ ਦੇ ਵਿੱਚ ਅਸੀਂ ਫਸੇ ਹੋਏ ਹਾਂ, ਉੱਥੇ ਜਦੋਂ ਅਸੀਂ ਇਹ ਵੇਖਦੇ ਹਾਂ ਇੱਕ ਸੈਕਿੰਡ ਦੇ ਵਿੱਚ ਨਾ ਜੀ ਕੋਈ ਅਸੀਂ ਇਨਸਟੈਂਟ ਸਕਸੈਸਫੁਲ, ਇਨਸਟੈਂਟ ਮਤਲਬ ਇੱਕਦਮ ਸਾਨੂੰ ਪਤਾ ਲੱਗਦਾ ਉਹ ਅੱਛਾ ਐਡਾ ਹੋ ਗਿਆ। ਤੇ ਡੋਂਟ ਯੂ ਥਿੰਕ ਜਿਹੜੀ ਇੱਕ ਲਾਲਸਾ ਹੈ ਉਹ ਜਦੋਂ ਨਹੀਂ ਕੋਈ ਪ੍ਰਾਪਤ ਕਰ ਪਾਉਂਦਾ, ਜਦੋਂ ਉਹ ਆਪਣੀ ਲੈਗੇਸੀ ਕ੍ਰੀਏਟ ਕਰਨ ਦੇ ਵੱਲ ਤੁਰਦਾ ਤੇ ਉਹਦੇ ਕੋਲੋਂ ਨਹੀਂ ਹੋ ਪਾ ਰਿਹਾ ਤਾਂ ਫਰਸਟ੍ਰੇਸ਼ਨ, ਤਾਂ ਉਹਨਾਂ ਦੇ ਲਈ ਵਨ ਲਾਈਨਰ ਦੇ ਵਿੱਚ ਜੇ ਕਹਿਣਾ ਹੋਵੇ ਕਿ ਭਾਈ ਤੁਸੀਂ ਜਿਹੜਾ ਤੁਹਾਡਾ ਮਕਸਦ ਹੈ ਉਹ ਜ਼ਰੂਰੀ ਨਹੀਂ ਕਿ ਸਾਰੇ ਦੁਨੀਆ ਨੂੰ ਤੁਸੀਂ ਰਾਜ ਕਰਕੇ ਦਿਖਾਉਣਾ, ਤੁਸੀਂ ਆਪਣੇ ਆਂਢੀ ਗੁਆਂਢੀ, ਦੋਸਤ ਮਿੱਤਰ, ਸਭ ਤੋਂ ਪਹਿਲਾਂ ਤੁਹਾਡੇ ਪਰਿਵਾਰ ਨੂੰ ਤੁਸੀਂ ਖੁਸ਼ ਕਰ ਲਓ ਜਾਂ ਆਪਣੇ ਆਪ ਨੂੰ ਖੁਸ਼ ਕਰ ਲਓ। ਤੇ ਹਾਂ, ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਆਪਣੇ ਆਪ ਨੂੰ। ਸੋ ਮਾਈ ਮੈਸੇਜ ਟੂ the world at large and to the
ਕੈਨੇਡੀਅਨ ਆਡੀਅנס ਸਾਡੇ ਦਾ ਵਰਲਡ ਆਡੀਅנס ਕੈਨੇਡੀਅਨ ਤਾਂ ਸਾਰੇ ਦੇਖੋ ਗਲਤ ਗੱਲ ਹੈ world is the global ਹਾਂ village। ਬਿਲਕੁਲ ਜੀ। ਇਟ ਇਜ਼ ਸੈਲਫ ਲਵ। ਹਾਂਜੀ ਸੋ ਵੈਨ ਯੂ ਹੈਵ ਸੈਲਫ ਲਵ, ਖੁਦ ਨਾਲ ਪਿਆਰ, ਜਦ ਤੁਸੀਂ ਸੈਲਫ ਲਵ ਚ ਰਹੋਗੇ, ਆਪਣੇ ਆਪ ਨੂੰ, ਜਦ ਤੁਸੀਂ ਹੈ ਹੀ ਰੱਬ, ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਹੀ ਜੋ ਚੀਜ਼ ਤੁਹਾਡੇ ਕੋਲ ਹੈ ਤੁਸੀਂ ਦੂਸਰੇ ਨੂੰ ਉਹ ਹੀ ਦੇ ਸਕਦੇ ਹੋ। ਹਾਂਜੀ ਤੇ ਜੇ ਤੁਸੀਂ ਖੁਦ ਨੂੰ ਹੀ ਪਿਆਰ ਨਹੀਂ ਕਰਦੇ, ਕਿਸੇ ਨੂੰ ਕੀ ਕਰ ਲੋਗੇ? ਸੋ ਲਰਨ ਟੂ ਲਵ yourself ਜੀ। and learn to give what you have, ਓਕੇ you know, Okay. and that is the golden key to living a life of purpose and happiness. ਬਹੁਤ ਜ਼ਰੂਰੀ ਸੀ, ਵਧੀਆ ਗੱਲ ਕੀਤੀ ਹੈ ਜੀ। ਔਰ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਲਰਨਿੰਗ ਹੈ, ਇਹ ਜਿਹੜੀ ਗੱਲਬਾਤ ਹੈ, ਇਹ ਐਜੂਕੇਸ਼ਨ ਦੇ ਨਾਲ ਹੀ ਕਿਤੇ ਪਾਸ ਔਨ ਕੀਤੀ ਜਾ ਸਕਦੀ ਹੈ। ਔਰ ਜਿਹੜੀ ਐਜੂਕੇਸ਼ਨ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਜੇ ਜਿੱਥੇ ਬੈਠੇ ਹੋ ਇੱਥੇ ਐਜੂਕੇਸ਼ਨ ਆਪਦੇ ਇਹਨਾਂ ਮਾਧਿਅਮਾਂ ਦੇ ਜ਼ਰੀਏ ਦੁਨੀਆ ਭਰ ਦੇ ਵਿੱਚ, ਚਾਹੇ ਉਹ ਤੁਸੀਂ ਕਿਸ ਮਰਜ਼ੀ ਹਿੱਸੇ 'ਚ ਹੋਵੋ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਕੈਨੇਡਾ, ਭਾਰਤ ਦੇ ਕਿਸੇ ਹਿੱਸੇ, ਜਿੱਥੇ ਮਰਜ਼ੀ। ਅੱਜ ਕੱਲ੍ਹ ਤਾਂ ਜਿਹੜੀ ਐਜੂਕੇਸ਼ਨ ਉਹ ਦੂਜੇ ਜਿਹੇ ਗ੍ਰਹਿਆਂ ਦੇ ਵਿੱਚ ਜਦੋਂ ਜਾ ਰਹੇ ਹੋ ਉੱਥੇ ਵੀ ਪਹੁੰਚ ਜਾਂਦੀ ਹੈ। ਪਹੁੰਚੇ ਖੜੇ ਹਾਂ ਜੀ। ਇਹਦੇ ਬਾਰੇ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਨ ਆਰਡਰ ਟੂ ਸਮ ਅਪ ਆ ਡਿਸਕਸ਼ਨ? ਪਹਿਲੀ ਗੱਲ ਤਾਂ ਮੈਂ ਆਪਣਾ ਛੋਟਾ ਜਿਹਾ ਯੋਗਦਾਨ ਇਸ ਤਰ੍ਹਾਂ ਦੇ ਰਹੀ ਹਾਂ ਕਿ ਇਨ ਮਾਈ ਐਂਸੈਸਟਰਲ ਵਿਲੇਜ I am creating a educational institution for the poor around, so that free education ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ, ਜਿਨ੍ਹਾਂ ਦਾ ਮਾਂ-ਬਾਪ ਨਹੀਂ ਕਰ ਸਕਦੇ, ਤੇ ਉੱਥੇ ਇੱਕ ਕਲਾਸ ਅਸੀਂ ਯੋਗਾ ਤੇ ਮੈਡੀਟੇਸ਼ਨ ਤੇ spirituality means no religion, but it means a connection with nature and God, Yes, and power, with themselves, ultimate power ਦੇ ਨਾਲ। absolutely। So ਮੇਰਾ personal ਛੋਟਾ ਜਿਹਾ ਕੰਟਰੀਬਿਊਸ਼ਨ ਤਾਂ ਇਹੀ ਹੈ, ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਐਟ ਲਾਰਜ ਐਜੂਕੇਸ਼ਨ ਇਜ਼ ਅ ਲਾਈਫ ਲੌਂਗ ਪ੍ਰੋਸੈਸ। ਲਾਈਫ ਕਾਹਦੀ ਹੈ? to believe in life after life after life, so it is the journey of your soul। ਆਪਣੇ ਸੋਲ, ਆਪਣੀ ਰੂਹ ਨੂੰ ਤੁਸੀਂ ਖੁਸ਼ ਰੱਖੋ, ਆਪਣੀ ਰੂਹ ਨੂੰ ਰੱਜਿਆ ਰੱਖੋ। ਥੋੜੀ ਜਿਹੀ ਮੈਡੀਟੇਸ਼ਨ ਸਵੇਰੇ ਉੱਠ ਕੇ ਕਰੋ, 3 ਮਿੰਟ, only 3 minutes, You'll be all right. in the morning, 3 minutes before you go to sleep, so that your subconscious mind will be working on its own on that level, at that frequency। ਬਹੁਤ ਅੱਛੇ ਡਾਕਟਰ ਰੈਨੇ ਸਿੰਘ। ਔਰ ਮੇਰੇ ਖਿਆਲ 'ਚ ਇਸ ਅਫਰਮੇਟਿਵ ਨੋਟ ਦੇ ਉੱਤੇ ਅਸੀਂ ਅੱਜ ਦੀ ਇਸ ਗੱਲਬਾਤ ਨੂੰ ਇੱਥੇ ਸਮਾਪਤ ਕਰਾਂਗੇ। ਔਰ ਜਿੰਨਾ ਵੀ ਅਸੀਂ ਅੱਜ ਇਸ ਛੋਟੀ ਜੀ ਇੰਟਰਵਿਊ ਦੇ ਵਿੱਚ ਡਾਕਟਰ ਰੈਨੇ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਜਾਣ ਸਕੇ, ਇਹਨਾਂ ਦੀਆਂ ਪ੍ਰਾਪਤੀਆਂ, ਇਹਨਾਂ ਦੇ ਜਿਹੜੇ ਇਹਨਾਂ ਦੇ ਕਾਰਜ ਹਨ ਉਹਨਾਂ ਨੂੰ ਜਾਣ ਸਕੇ, ਉੱਥੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਕੁਝ ਤੁਸੀਂ ਇਹਨਾਂ ਦੇ ਵੱਲੋਂ ਆਉਂਦਾ ਵੇਖੋਗੇ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਬਦਲਾਅ ਆਉਂਦੇ ਵੇਖੋਗੇ। ਤੋਂ ਇਹਨਾਂ ਸ਼ੁਭ ਕਾਮਨਾਵਾਂ ਦੇ ਨਾਲ ਜਿੱਥੇ ਤੁਹਾਡਾ ਨਿੱਘਾ ਸਵਾਗਤ, ਉੱਥੇ ਹੁਣ ਅਸੀਂ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਮੈਨੂੰ ਇੱਥੇ ਤੁਹਾਡੇ ਪਰਿਵਾਰ ਨਾਲ ਤੇ ਸਾਰੇ ਸੰਸਾਰ ਦੇ ਪਰਿਵਾਰ ਨਾਲ ਜੁੜਨ ਦਾ ਇੱਕ ਮੌਕਾ ਦਿੱਤਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।